पीडीएफ कल तो ओपन हो गया। हाँ जी पीडीएफ हाँ जी कल ਆਪਾਂ ਜਿਹੜੀ ਲਾਸਟ ਵਾਲੀ ਵੀਡੀਓ ਸੀ ਉਹਦੇ ਚ 120 ਤੱਕ ਕਰ ਲਏ ਸੀ ਤੇ ਉਸ ਤੋਂ ਅੱਗੇ ਕਰਦੇ ਹਾਂ ਜੀ ਆਪਾਂ 120 ਕੋਈ ਹੋਏਗਾ ਇਹ ਪੇਜ 121 ओके ये वाला लास्ट काम हो चुका है अपने को। हाँ जी नेक्स्ट देखते हैं जी आप एंगल फाइंड करना लाइन ਤੇ ਪਲੇਨ ਦੇ ਵਿੱਚ ਲਾਈਨ ਤੇ ਪਲੇਨ ਦੇ ਵਿੱਚ ਆਪਾਂ ਨੂੰ ਫਾਈਂਡ ਕਰਨ ਵਾਸਤੇ ਡਾਇਰੈਕਸ਼ਨਸ ਰੇਸ਼ੀਓਸ ਚਾਹੀਦੀਆਂ ਹੁੰਦੀਆਂ ਲਾਈਨ ਤੇ ਪਲੇਨ ਦੀਆਂ ਦੋਨੋਂ ਤੇ ਲਾਈਨ ਦੀਆਂ ਡਾਇਰੈਕਸ਼ਨਸ ਰੇਸ਼ੀਓਸ ਆਪਣੇ ਕੋਲ ਕਿੱਥੋਂ ਆਉਂਦੀਆਂ ਹੁੰਦੀਆਂ ਲੈਮਡਾ ਵੀ ਇਹ ਆਪਣੇ ਕੋਲੇ ਪਾਸਿੰਗ ਪੁਆਇੰਟ ਹੁੰਦਾ ਤੇ ਇਹਦੇ ਚ ਡਾਇਰੈਕਸ਼ਨ ਰੇਸ਼ੀਓ ਮਿਲ ਜਾਂਦੀ ਸਿਮਿਲਰ ਮੇਰੇ ਕੋਲੇ ਇਧਰੋਂ ਆਪਾਂ ਦੋਨੋਂ ਲਿਖ ਦਿੰਨੇ ਆ ਜੀ ਕਿੰਨੇ ਰੇਸ਼ੀਓਸ ਆਫ ਲਾਈਨ वन माइनस वन वन डायरेक्शन रेशियो ਆਪਾਂ ਚੈੱਕ ਕਰਨੇ ਆ ਜੀ ਪਲੇਨ ਦੇ ਕਿੰਨੇ ਹੋਣਗੇ 2 1 1 ਐਂਗਲ ਫਾਈਂਡ ਕਰਨਾ ਜੀ ਦੋਵਾਂ ਦੇ ਵਿੱਚ ਤਾਂ ਆਪਾਂ ਕੀ ਫਾਈਂਡ ਕਰਦੇ ਹੁੰਦੇ sin ਥੀਟਾ ਫਾਈਂਡ ਕਰਨਾ ਤੁਸੀਂ ਉੱਪਰ ਦੋਨਾਂ ਦੀ ਡਾਟ 2 into 1 ਅੱਗੇ ਬਣ ਜਾਣਾ +1 +1 ਥੱਲੇ ਦੋਨਾਂ ਦਾ ਮੋਡੂਲਸ ਕਰਿਆ ਤਾਂ ਤੁਹਾਡੇ ਕੋਲ ਬਣ ਜਾਣਾ √3 इधर करोगे तो 4 + 1 + 1 6 बन जाना हाँ जी 1 1 1 1 2 ठीक है और इन्हें सॉल्व कर दो ऊपर बन गया थोड़े को 4 नीचे बन गया थोड़े को 3√2 हाँ जी 3√2 ਆਪਾਂ ਕਰ ਦਿੱਤਾ ਇਹਨੂੰ √2 ਦੇ ਨਾਲ ਮਲਟੀਪਲਾਈ ਕਰ ਦਿੱਤਾ ਹਾਂਜੀ ਉੱਪਰ ਬਣੇਗਾ ਤੁਹਾਡੇ ਕੋਲੇ 4√2 ਡਿਵਾਈਡ ਦੇ ਵਿੱਚ 2 रूट 2 into 3 हाँ जी हम थीटा करना सी ये बन जाना मेरे को sin इनवर्स हाँ जी 2√2 डिवाइडेड बाय 3 मेरे को आंसर है जी ऑप्शन नंबर नेक्स्ट है मेरे को फिर ਆਪਾਂ ਕੀ ਕਰ ਰਹੇ ਆ ਇੱਕ ਲਾਈਨ ਆ ਜਿਹੜੀ ਐਗਜ਼ੈਕਟਲੀ ਲਾਈਨ ਪਲੇਨ ਲਓ ਜੀ ਆ ਲਾਈਨ ਦੇਖੋ ਇਹਦੇ ਉੱਪਰ ਐਗਜ਼ੈਕਟਲੀ ਇਸ ਤਰ੍ਹਾਂ ਇਹਦੇ ਉੱਪਰ ਹੈ ਆਪਾਂ ਇਸ ਲਾਈਨ ਦੇ ਉੱਪਰ ਕੋਈ ਵੀ ਪੁਆਇੰਟ ਲੈ ਲੈਨੇ ਆ ਉਹ ਇਸ ਪਲੇਨ ਦੇ ਓਕੇ ਜੀ ਆਪਾਂ ਪੁਆਇੰਟ ਕੱਢ ਲੈਨੇ ਆ ਜਿਹੜਾ ਇਹਦੇ ਉੱਪਰ ਲਾਈ ਕਰਦਾ ਕਿਵੇਂ ਕੱਢਾਂਗੇ ਪੁਆਇੰਟ ਦਾ ਨਾਮ ਦਿੱਤਾ ਮੈਂ x1 y1 z1 ਉਹ ਆਪਣੇ ਕੋਲੇ ਇਹਦੇ ਉੱਪਰ ਵੀ ਲਾਈ ਕਰਦਾ ਹੋਏਗਾ ਆਪਾਂ ਲਿਖ ਦਿੰਨੇ x1 - 4 divided by 1 y1 - 2 divided by 1 z1 - k ठीक है अगर तुम z1 नहीं भी लेना तो तुम z भी ले लोगे ਤਾਂ ਵੀ ਕੋਈ ਦਿੱਕਤ ਨਹੀਂ ਇਹ ਇਸ ਲਾਈਨ ਦੇ ਉੱਪਰ ਲਾਈ ਕਰਦਾ ਤਾਂ ਇਹਨੂੰ ਆਪਾਂ ਲੈਮਡਾ ਟਾਈਮ ਸਮਥਿੰਗ ਕਹਿੰਦੇ ਇਥੋਂ x1 ਦੀ ਵੈਲਿਊ ਆ ਜਾਏਗੀ ਤੁਹਾਡੇ ਕੋਲੇ 4 + ਲੈਮਡਾ y1 ਦੀ ਵੈਲਿਊ ਆ ਜਾਏਗੀ ਤੁਹਾਡੇ ਕੋਲੇ 2 + ਲੈਮਡਾ ਜਦੋਂ ਸੋਲਵ ਕਰੋਗੇ ਤਾਂ z ਤੁਹਾਡੇ ਕੋਲੇ ਆ ਜਾਏਗਾ 2 ਲੈਮਡਾ + k ਹੁਣ ਇਸ ਪਲੇਨ ਦੇ ਉੱਪਰ ਲਾਈ ਕਰਦਾ ਪਿਆ ਇਹ ਪਲੇਨ ਨੇ ਵੀ ਪੁਆਇੰਟ ਸੈਟੀਸਫਾਈਡ ਕਰੂ x1 - 4y1 + z1 - 7 ਓਕੇ ਜੀ ਇਕੁਅਲ ਟੂ 7 ਹੋਏਗਾ ਇਹਦੇ ਚ ਪੁਆਇੰਟ ਫਿਲ ਕਰ ਦਿਓ ਐਡ ਦੀ ਵੈਲਿਊ ਜਦੋਂ ਆਪਾਂ x y z ਦੀ ਵੈਲਿਊ ਫਿਲ ਕਰਦੇ ਹਾਂ ਤਾਂ ਦੇਖੋ ਕੀ ਬਣਦਾ ਮੇਰੇ ਕੋਲ 2 into 4 + lambda ये बन जाएगा मेरे को 2 + lambda अब बन जाएगा मेरे को 2 lambda + k = 7 हाँ जी सॉल्व
कर देने हैं जी, ये बन जाना मतलब 8 + 2 लैम्डा माइनस 4 लैम्डा प्लस 2 लैम्डा प्लस के, 2 लैम्डा 4 लैम्डा नेगेटिव ना कट्टे गए, -8 + 8 कट्टे गए, ताकि ए दी वैल्यू मेरे को कितनी आएगी 7। आंसर मेरे को कितना आया, ਇਹਦਾ ए बन गया। नेक्स्ट है मेरे को जी शॉर्टेस्ट डिस्टेंस फाइंड करना जी ਆਪਾਂ ਕਾਦੇ ਚ टू लाइन ਦੇ ਵਿੱਚ ਤਾਂ ਆਪਾਂ ਡਾਇਰੈਕਟ ਫਾਰਮੂਲਾ ਅਪਲਾਈ ਕਰ ਰਹੇ ਹਾਂ ਜੀ। ਡਿਸਟੈਂਸ ਦਾ ਫਾਰਮੂਲਾ ਕੀ ਹੁੰਦਾ ਮੇਰੇ ਕੋਲ, ਪੁਆਇੰਟਸ ਦਾ ਡਿਫਰੈਂਸ, ਇੱਥੇ ਮੇਰੇ ਕੋਲ 2 -2 ਆ, ਇੱਥੇ -3 ਤੇ ਆਪਾਂ ਸਿੱਧਾ ਹੀ ਕਰ ਦਿੰਦੇ ਆ, ਤੇ ਮੇਰੇ ਕੋਲ ਕਿੰਨਾ ਬਣ ਜਾਣਾ ਇੱਥੇ प्लस ਦਾ 1। ਇੱਥੇ ਮੇਰੇ ਕੋਲ आई है ही नहीं, ਇੱਥੇ ਮੇਰੇ ਕੋਲ आई है। एक मिनट आई ਦਾ ਹੋ ਗਿਆ ਜੀ, ਮੇਰੇ ਕੋਲ ਹੁਣ j ਦਾ, j ਇੱਥੇ ਹੈ ਨਹੀਂ, ਇਧਰ ਹੈਗੀ ਆ, ਤਾਂ -6 ਬਣ ਜਾਣਾ। ਇੱਥੇ k ਹੈਗਾ 7, ਉੱਪਰ ਹੈ ਨਹੀਂਗਾ, ਤੇ ਇਹਨੇ 7 ਹੀ ਰਹਿ ਜਾਣਾ। ਥੱਲੇ ਦੋਨਾਂ ਦੇ ਡਾਇਰੈਕਸ਼ਨਸ ਰੇਸ਼ੀਓਸ ਲਿਖ ਦਿੱਤੇ ਹੁੰਦੇ ਆ, -4 ਤੇ 2, ਇਧਰ ਬਣ ਜਾਣਾ ਮੇਰੇ ਕੋਲ -4 1 1। ਫਿਰ ਸੋਲਵ ਕਰਨ ਦਾ ਤਰੀਕਾ ਕੀ ਸੀ ਆਪਣੇ ਕੋਲ, ਇਹਨੂੰ ਇਧਰ ਮਲਟੀਪਲਾਈ, ਇਹਨੂੰ ਇਧਰ ਮਲਟੀਪਲਾਈ, ਤੁਹਾਡੇ ਕੋਲ ਕਿੰਨਾ ਬਣ ਜਾਣਾ -4 + 12 ਦਾ ਸਕੁਅਰ प्लस, फिर ਇਹਦੇ ਕੋਲ ਗਏ, ਇਹਨੂੰ ਇਧਰ ਮਲਟੀਪਲਾਈ 3 -2, ठीक है जी। फिर फर्स्ट ਤੇ ਲਾਸਟ ਨੂੰ 4 लास्ट, चलो रब कर लिए जरा, फर्स्ट लास्ट ਤੁਹਾਡੇ ਕੋਲ -4 + ਦਾ 8 ਹੋਲ ਸਕੁਅਰ, ठीक है। ਜਦੋਂ ਤੁਹਾਨੂੰ ਉੱਪਰ ਡਿਟਰਮੀਨੈਂਟ ਸੋਲਵ ਕਰਨਾ ਤਾਂ ਤੁਹਾਡੇ ਕੋਲ ਆਨਸਰ ਕਿੰਨਾ ਆ ਜਾਏਗਾ, 9 ਆ ਜਾਏਗਾ, 9 0। ठीक है, ऊपर सॉल्व करके भी लिख देना मैं, ऊपर ਤੁਹਾਡੇ ਕੋਲ 81 ਬਣ ਸੋਲਵ ਕਰੋਗੇ ਤਾਂ 9 ਬਣ ਜਾਣਾ, ਕੱਟ ਕੇ ਤੁਹਾਡੇ ਕੋਲ 9 ਆ ਜਾਏਗਾ। ਆਨਸਰ ਤੁਹਾਡੇ ਕੋਲ ਕਿਹੜਾ ਇਹਦੇ ਚ, डी, ठीक है जी। हाँ जी, ਕੰਪਲੈਕਸ ਨੰਬਰ ਫਾਈਂਡ ਕਰਨਾ ਆਪਾਂ, ਜਿਹੜਾ ਇਹ ਸੈਟੀਸਫਾਈਡ ਕਰਦਾ ਹੋਵੇ। ਤੇ ਕੀ ਤੁਹਾਨੂੰ ਦੱਸਿਆ ਗਿਆ ਸੀ ਜਦੋਂ ਆਪਾਂ ਕਲਾਸ ਦੇ ਵਿੱਚ ਸੋਲਵ ਕਰਿਆ ਸੀਗਾ, ਦੋ ਤਰ੍ਹਾਂ ਦੇ ਸਮ ਕਰੇ ਸੀ ਆਪਾਂ। ਅਗਰ ਇਜ਼ ਇਕੁਅਲ ਟੂ 1 ਹੋਵੇ ਤਾਂ ਇਹ ਸਟ੍ਰੇਟ ਲਾਈਨ ਤੇ ਲਾਈਜ਼ ਕਰਦਾ ਹੈ ਹਮੇਸ਼ਾ। ਹੁਣ ਅਗਰ ਤਾਂ ਮੇਰੇ ਕੋਲ ਇੱਥੇ ਰੀਅਲ ਪਾਰਟ ਹੋਇਆ ਤਾਂ ਉਹ ਵਾਈ ਐਕਸਿਸ ਤੇ ਲਾਈ ਕਰਦਾ ਹੁੰਦਾ, ਅਗਰ ਮੇਰੇ ਕੋਲ ਇੱਥੇ ਇਮੇਜਿਨਰੀ ਪਾਰਟ ਹੋਇਆ ਕਿਹੜੀ ਐਕਸਿਸ ਤੇ ਲਾਈ ਕਰਦਾ ਹੁੰਦਾ, ਮੇਰੇ ਕੋਲ ਐਕਸ ਐਕਸਿਸ ਤੇ। ਜੇ ਕਿਸੇ ਨੇ ਸੋਲਵ ਕਰਨਾ ਤਾਂ ਸੋਲਵਰ ਕੋਈ ਵੱਡਾ ਹੈ ਨਹੀਂ, ਜ਼ੈਡ ਨੂੰ ਤੁਸੀਂ ਕੀ ਲੈ ਲਓ, x + y, ਤੇ ਆਪਾਂ ਇਹਨੂੰ ਸੋਲਵ ਕਰ ਦਿੰਦੇ ਆ ਜੀ। x + y - 3 ਡਿਨੋਮੀਨੇਟਰ ਦੇ ਵਿੱਚ x + y + 3 ਲਓ ਜੀ। ਹੁਣ ਜਦੋਂ ਇਹਨੂੰ ਸੋਲਵ ਕਰੋਗੇ ਤਾਂ ਇਓਟੇ ਵਾਲਾ ਟਰਮ ਨਾਲ ਇਕੱਠੀ ਹੋ ਗਈ, ਜਾਨੀ ਕਿ ਤੁਹਾਡੇ ਕੋਲ ਬਣ ਗਿਆ x² ਮੋਡ y - 3 ਇਓਟਾ ਤਾਂ ਆਪਾਂ ਲੈਣਾ ਨਹੀਂ ਹੁੰਦਾ, ਕਿਉਂਕਿ ਇਓਟੇ ਵਾਲੇ ਪਾਰਟ ਦਾ ਸਕੁਅਰ ਲੈਣਾ ਹੁੰਦਾ, ਬਣ ਗਿਆ 3। ਦੋਨੋਂ ਬੰਨੇ ਮੈਂ ਸਕੇਅਰਿੰਗ ਕਰ ਦਿੱਤੀ ਪਹਿਲੇ ਸਟੈਪ ਦੇ ਉੱਪਰ ਹੀ, ਵੈਸੇ ਉੱਪਰ ਇਹਦੇ ਰੂਟ ਆਉਣਾ ਸੀਗਾ, ਇਹਨੂੰ ਇਧਰ ਮਲਟੀਪਲਾਈ ਕਰ ਦਿੱਤਾ, ਹੋ ਗਿਆ ਮੇਰੇ ਕੋਲ x² +, ਠੀਕ ਹੈ ਜੀ। ਇਹ ਬਣ ਗਿਆ ਮੇਰੇ ਕੋਲ ਇੱਥੇ ਪਲੱਸ ਦਾ ਵਿਚਾਲੇ। ਮੈਂ ਇੱਕ ਸਟੈਪ ਫਿਰ ਵੀ ਕਰ ਦਿੰਦਾ, ਇਹਨੇ ਕੀ ਬਣ ਜਾਣਾ ਇੱਥੇ ਰੂਟ ਦੇ ਵਿੱਚ x² + y ਦਾ ਹੋਲ ਸਕੁਅਰ, ਡਿਨੋਮੀਨੇਟਰ ਦੇ ਵਿੱਚ ਵੀ ਸੇਮ ਬਣਨਾ ਸੀ, x² + y + 3 ਦਾ ਹੋਲ ਸਕੁਅਰ। ਦੋਨੋਂ ਮੈंने ਸਕੇਅਰਿੰਗ ਕਰਕੇ ਇਹਨੂੰ ਉਧਰ ਭੇਜ ਦਿੱਤਾ। ਹੁਣ ਦੇਖੋ x² ਨਾਲ x² ਕੱਟਿਆ ਗਿਆ, ਜਦੋਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਬਣ ਜਾਣਾ y² + 9 + 6y, ਸੌਰੀ -6y, ਇਹ ਬਣ ਜਾਣਾ y² + 9 + ਹਾਂਜੀ y² ਨਾਲ y² ਕੱਟਿਆ ਗਿਆ, 9 ਨਾਲ 9 ਕੱਟਿਆ ਗਿਆ, ਤੁਹਾਡੇ ਕੋਲ ਕਿੰਨਾ ਬਣ ਗਿਆ 12y = 0। ਤਾਂ y ਦੀ ਵੈਲਿਊ ਕਿੰਨੀ ਹੈ ਜੀ 0। ਹੁਣ ਜਦੋਂ ਆਪਾਂ z ਦੇ ਵਿੱਚ ਫਿਲ ਕਰਾਂਗੇ ਤਾਂ ਤੁਹਾਡੇ ਕੋਲ ਕੀ ਆ ਜਾਣਾ, ਓਨਲੀ x ਬਚ ਜਾਣਾ। ਤਾਂ y 0 ਆਉਣ ਦਾ ਮਤਲਬ ਕੀ ਆ, y ਹੈ ਹੀ ਨਹੀਂ, ਤਾਂ ਮੇਰੇ ਕੋਲ ਕਾਹਦੇ ਤੇ ਲਾਈ ਕਰ ਗਿਆ ਇਹ, y x ਐਕਸਿਸ ਤੇ, ਆਹ ਵਾਲੀ ਸਾਰੀ ਲਾਈਨ ਹੈ, ਠੀਕ ਹੈ ਜੀ। y 0 ਦਾ ਮਤਲਬ
ठीक है जी। अगर सेम होंदा तुहाडे कोले ਆਪਾਂ दूसरे मैथड में करना सीगा, मीनिंग कि अगर इत्थे मेरे कोले रियल होंदा तो इत्थे मेरे कोले x की वैल्यू 0 आ जानी सी। हाँ जी, वैसे भी तुसीं देखो मॉड आ क्वेश्चन दे विच की अपने कोले मॉड आ ते मॉड कदे भी अपने कोले ना तां नैगेटिव आउंदा आ ना मेरे कोले इयोटा दे विच आउंदा ना माइनस इयोटा दे विच आउंदा। कि मॉड तां हमेशा मेरे कोले पॉजिटिव होंदा जां 0 होंदा। ठीक है ना, मेरे कोले जां तां पॉजिटिव होंदा और मेरे कोले 0 होंदा। देखो पॉजिटिव जां तां मेरे कोले इकल्ला 1 आ, इयोटा आ गया, माइनस इयोटा आ गया, कट्टिया गया, खत्म हो गया। तो मेरे को इको ही आंसर है, आंसर केड़ी विदाउट पेन ए। हाँ जी, एक मिनट होल्ड करना जरा। हाँ जी, ट्राई कर लो जरा जर सर ट्राई किया हो। हाँ जी सर, सीधा पुट करके आया सर। पुट करके भी कर सकते हैं, एक होर मैथड भी है, वो भी देख लो। मैं एक मिनट फैन ऑन कर लो। हाँ जी, कितने पेपर सॉल्व कर लेते तुसीं हुण तक? ये सारे हो गए? सॉरी सर, एक अद्धा रह गया बस, आज हो जाएगा अभी। एक दो सर डाउट है ਉਹਦੇ ਚ, ਮੈਂ ਤੁਹਾਨੂੰ ਦੁਪਹਿਰ ਨੂੰ ਸੈਂਡ ਕਰਾਂਗਾ। ਕਾਦੀ ਇਹਦੇ ਚ? ਨਹੀਂ ਨਹੀਂ, ਇਹਦੇ ਚ ਨਹੀਂ ਸਰ। ओके ओके, मैं सेंड कर दूंगा। हाँ जी ठीक, कोई प्रॉब्लम नहीं। ठीक है जी, हुण की कह रहा मेरे को कहता एक रूट हैगा मेरे को अद्ध रूट फाइंड करो। तो पहली गल तो ये ना करो भी मेरे को एक रूट हैगा तो दूसरा ਉਹਦਾ ਕੰਜੂਗੇਟ रूट होएगा। वो कदों पॉसिबल है ਜਦੋਂ ਮੇਰੇ ਕੋਲ ਜਿਹੜੇ ਕੋਐਫੀਸ਼ੀਐਂਟ ਕੀ ਆ ਰੀਅਲ ਹੋਣ, ਫਿਰ ਇਹਦੇ ਕੋਐਫੀਸ਼ੀਐਂਟ ਕੀ ਆ ਮੇਰੇ ਕੋਲੇ ਕੰਪਲੈਕਸ ਆ ਤੇ ਆਪਾਂ ਫਿਰ ਡਾਇਰੈਕਟ ਮੈਥਡ ਇੱਥੇ ਅਪਲਾਈ ਨਹੀਂ ਕਰ ਸਕਦੇ। ਤਾਂ ਫਿਰ ਮੈਨੂੰ ਕੀ ਕਰਨਾ ਪੈਣਾ, ਇੱਕ ਰੂਲ ਤਾਂ ਮੇਰੇ ਕੋਲੇ ਸਿੱਧਾ ਵੀ ਇਹਦੀਆਂ ਵੈਲਿਊਜ਼ ਪੁੱਟ ਕਰ ਲਓ। ਵੈਲਿਊਜ਼ ਤੁਹਾਨੂੰ 4 ਪੁੱਟ ਕਰਨੀਆਂ ਪੈਣੀਆਂ, ਔਖਾ ਕੰਮ ਆ। ਤੁਹਾਨੂੰ ਪਤਾ ਸਮ ਆਫ ਰੂਟਸ ਕੀ ਹੁੰਦੇ ਇਕੁਏਸ਼ਨ ਦੇ? ਸਮ ਆਫ ਰੂਟਸ ਹੁੰਦੇ ਆ ਮੇਰੇ ਕੋਲੇ, अगर मेरे को इक्वेशन इस तरह दी है ax² प्लस by सॉरी bx प्लस c इज इक्वल टू 0, ਉਹਦਾ ਮੇਰੇ ਕੋਲ माइनस b अपॉन a। ਤਾਂ ਦੇਖੋ ਹੁਣ ਇੱਥੇ ਮੇਰੇ ਕੋਲ ਸਮ ਆਫ ਰੂਟਸ ਕਿੰਨਾ ਬਣੇਗਾ ਇਸ ਇਕੁਏਸ਼ਨ ਦੇ ਅਕੋਰਡਿੰਗ, -1 ਬਾਈ 1, ਤਾਂ ਸੋਲਵ ਕਰਕੇ 1। और ਤੁਸੀਂ ਸਮ ਆਫ ਰੂਟਸ ਦੇਖਣਾ, ਇੱਕ ਤਾਂ ਰੂਟ ਤੁਹਾਡੇ ਕੋਲੇ ਕੀ ਆ 1 प्लस अल्फा। फर्स्ट ऑप्शन ਦੇ ਅਕੋਰਡਿੰਗ ਤੁਹਾਡੇ ਕੋਲੇ ਰੂਟ ਕਿੰਨਾ ਆ, ਸੈਕंड रूट ਇਹ ਚ ਮੈਂ ਐਡ ਕਰ ਦਿੰਨਾ, ਉਹ ਕਿੰਨਾ ਬਣ ਜਾਣਾ 1 माइनस ਇਓਟਾ। ਆ ਕੱਟਿਆ ਗਿਆ ਜੀ, 2 ਆ ਗਿਆ, ਸਮ ਮੇਰੇ ਕੋਲੇ 2 ਆ ਗਿਆ, ਯਾਨੀ ਕਿ ਆਂਸਰ ਹੈ ਨਹੀਂਗਾ। ਸੈਕंड ਕੋਲੇ ਚੱਲੋ, 1 माइनस ਇਓਟਾ प्लस इयोटा, ये कट्टिया गया, आंसर मेरे को हो सकता है। थर्ड दे देख लो जी, एक मिनट जी, इतने प्लस का आ, ठीक है, क्योंकि अपना प्लस वाला रूट है ना, इतने प्लस वाला है, ये कट्टिया गया, ये बन गया मेरे को सर एक टीचा नहीं, बन गया मतलब 1 प्लस 2 इयोटा, ये भी ऑप्शन खत्म हो गई। थर्ड ते गए, एक रूट है मेरे को 1 प्लस इयोटा गिवन, सैकेंड मेरे को माइनस इयोटा, कट्टे गए, ये बन गया 1, आंसर हो सकता। तो लास्ट वाला भी चेक कर लिया आप, 1 प्लस इयोटा प्लस 2 इयोटा, ये बन गया मेरे को 1 प्लस 3 इयोटा, ये भी कैंसिल हो गया। तो मेरा आंसर केड़ा बन गया, पुट करने की भी जरूरत नहीं सी, थर्ड। जी नेक्स्ट देखते हैं जी। जी कहना विच ऑफ द फॉलोइंग इज इनकरेक्ट, क्लीयरली दिखता पिया साइन दा मॉड दा इंटरवल भी कितना होंदा पाई होंदा, सारियां मेरे को ठीक ने, नोट करिया हुई। लास्ट वाली गलत है, क्यों? क्योंकि साइन n पाई प्लस थीटा ऑलवेज साइन थीटा नहीं होंदा गा, ठीक है, n फॉर इंटीजर। देखो अगर इतने मैं 3 फिल करदा, ठीक है, जां इतने मैं कल्ला पाई फिल करदा, 1 फिल करदा n नूं, तो की बन जाना इन्हें n पाई प्लस थीटा, इन्हें बनना ना माइनस साइन थीटा। ये गलत है मेरे को, ऑप्शन डी। नेक्स्ट देख लो जी, कहना विच ऑफ द फॉलोइंग, ओके, दा आंसर कहना होगा, इन्हें दो तरीके ना कर सकते हैं। एक तो थोड़ा मैं साइन
cos 15 ਤੇ sin 15 ਦੋਨਾਂ ਦੀ ਵੈਲਿਊ ਲਿਖਾਈ ਹੋਈ ਸੀ ਟੇਬਲ ਦੇ ਅਕੋਰਡਿੰਗ। ਸਪੋਜ਼ ਕਰੋ ਆਪਾਂ ਨੂੰ ਉੱਥੇ ਵੈਲਿਊ ਨਹੀਂ ਯਾਦ ਰਹੀ, ਉਹਦਾ ਵੈਲਿਊ ਫਿਲ ਕਰਕੇ ਇੱਥੇ ਤੁਹਾਡਾ ਆਨਸਰ ਆ ਜਾਏਗਾ। ਤਾਂ ਤੁਸੀਂ ਕੀ ਕਰਦੇ ਹੋ, ਇਹਨੂੰ √2 ਦੇ ਨਾਲ ਮਲਟੀਪਲਾਈ ਕਰਦੇ ਹੋ 1/√2। ਇਹਨੇ ਬਣ ਜਾਣਾ ਮੇਰੇ ਕੋਲ cos 15 ਡਿਗਰੀ, ਤੇ ਇਹਨੂੰ ਜਦੋਂ ਆਪਾਂ ਮਲਟੀਪਲਾਈ ਕਰਦੇ ਹਾਂ 1/√2 ਦੇ ਨਾਲ, ਇਹਨੇ ਬਣ ਜਾਣਾ ਮੇਰੇ ਕੋਲ sin 15 ਡਿਗਰੀ। ਹਾਂਜੀ 1/√2 ਦਾ ਮਤਲਬ ਕੀ ਹੁੰਦਾ ਮੇਰੇ ਕੋਲ cos 45 ਡਿਗਰੀ, ਇਹਨੇ ਬਣ ਜਾਣਾ cos 15 ਡਿਗਰੀ। ਇਹਨੇ ਬਣ ਜਾਣਾ ਮੇਰੇ ਕੋਲ sin 5। ਠੀਕ ਹੈ, ਜਿਹੜੇ ਨੰਬਰ ਨਾਲ ਮਲਟੀਪਲਾਈ ਕਰਨਾ ਉਹਦੇ ਨਾਲ ਡਿਵਾਈਡ ਵੀ ਕਰਨਾ ਪੈਣਾ। ਠੀਕ ਹੈ, ਮਲਟੀਪਲਾਈ 2 ਨਾਲ ਡਿਵਾਈਡ ਕੀਤਾ ਹੀ ਨਾ 1/2 ਨਾਲ, ਤੇ ਆਪਾਂ ਨੂੰ ਬਾਹਰ ਮਲਟੀਪਲਾਈ ਕਰਨਾ ਭੁੱਲ ਗਏ ਆਪਾਂ, ਇਹਨੂੰ ਏਦਾਂ ਲਿਖ ਦਿਓ। ਫਾਰਮੂਲਾ ਬਣ ਗਿਆ ਮੇਰੇ ਕੋਲ ਬਾਹਰ √2 ਅੰਦਰ cos a + b ਦਾ, ਯਾਨੀ ਕਿ 60 ਡਿਗਰੀ ਬਣ ਗਿਆ ਮੇਰੇ ਕੋਲ ਦੋਨਾਂ ਨੂੰ ਐਡ ਕਰਕੇ। ਹਾਂਜੀ cos 60 ਡਿਗਰੀ ਦੀ ਵੈਲਿਊ ਕਿੰਨੀ ਹੁੰਦੀ ਆ 1/2। ਜਦੋਂ ਇਹਨੂੰ ਤੁਸੀਂ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਬਣ ਜਾਣਾ 1/√2। ਦੋ ਤਰੀਕੇ ਕਰਨ ਦੇ, ਆਨਸਰ ਮੇਰਾ ਆ ਗਿਆ B। चलिए आगे नेक्स्ट देख लो जी। हाँ जी किहदे बराबर हुंदा रिजल्ट ही अपने कोले बी आंसर है जी। हुण इत्थे दा आपां टाइम की वेस्ट करना, जे तुसीं सॉल्व भी करना तो वैल्यू फिल करके देख लो भी किहदे बराबर आ जांदा। n नूं 1 रख के देख लो, 2 रख के देख लो, तां भी तुहाडे कोल यही ऑप्शन बनदी है बी। द विच ऑफ द फॉलोइंग स्टेटमेंट इज इनकरैक्ट। अगर अपने कोले FZ एनालिटिका सैकंड तो स्टार्ट कर लगे जी आपां एनालिटिका ਉਹਦਾ कांस्टेंट कितना मॉडुलस कांस्टेंट आ, ਤਾਂ ਮੇਰੇ ਕੋਲ ਕੀ ਹੁੰਦਾ ਹਮੇਸ਼ਾ FZ ਵੀ ਮੇਰੇ ਕੋਲ कांस्टेंट ਹੋਏਗਾ। ਪੜ ਚੁੱਕੇ ਆਪਾਂ। ਸੈਕੰਡ ਬਾਈਲੀਨੀਅਰ ਟ੍ਰਾਂਸਫਾਰਮੇਸ਼ਨ ਕਾਦੇ ਤੋਂ ਕਿਤੇ ਮੈਪ ਕਰਦੀਆਂ, ਸਰਕਲ ਨੂੰ ਸਰਕਲ ਤੇ ਮੈਪ ਕਰਦੀਆਂ ਹੁੰਦੀਆਂ ਸੀਗੀਆਂ ਤੇ ਸਟ੍ਰੇਟ ਲਾਈਨ ਨੂੰ ਸਟ੍ਰੇਟ ਲਾਈਨ ਤੇ। ਲਾਸਟ ਵਾਲਾ ਦੇਖ ਲਓ ਜੀ, ਕਿਹੜੀ ਥਿਓਰਮ ਆ ਮੇਰੇ ਕੋਲੇ ਇੰਟੈਗਰਲ ਥਿਓਰਮ। ਤਾਂ ਇਹਦਾ ਆਨਸਰ ਕਿੰਨਾ ਹੁੰਦਾ ਮੇਰੇ ਕੋਲ ਦੇਖ ਲਓ ਜੀ, ਅਪਲਾਈ ਹੁੰਦੀ ਪਈ ਆ 2π। ਹੁਣ ਦੇਖੋ ਇਹਦੇ ਚ ਮੇਰੇ ਕੋਲ Z = ਰੇਡੀਅਸ ਮੇਰੇ ਕੋਲ ਦਿੱਤਾ ਹੋਇਆ ਇਹਦਾ। ਹੁਣ ਇਹ ਪੁਆਇੰਟ ਆ ਤੇ ਇਹ ਛੱਡ ਕੇ ਮੇਰੇ ਕੋਲ ਉੱਪਰ FZ ਦੀ ਵੈਲਿਊ ਕਿੰਨੀ ਆ ਗਈ ਤੁਹਾਡੇ ਕੋਲੇ 1 ਆ ਗਈ ਦੇ ਅਕੋਰਡਿੰਗ। ਤਾਂ ਤੁਹਾਡੇ ਕੋਲੇ ਆਨਸਰ ਕੀ ਹੋਏਗਾ 2π × f of a। तो मेरे को कांस्टेंट आ उन्हें कितना बन जाना मेरे को जस्ट 1 ही बन जाना। ये मेरे को बन गया 2π। ठीक है, ये सारे का आंसर मेरे को कितना आ गया dz z-a। क्लियर है। तो 3 मेरे की हो गए करैक्ट हो गए। चौथा मेरे को वैसे भी मैंने पता log z हर जगह पे मेरे को एनालिटिक नहीं होता। क्लियर है। रेजिड्यू फाइंड करना जी ਆਪਾਂ ਕਿਹੜੇ ਪੁਆਇੰਟ ਤੇ 2 ਤੇ फाइंड करना जी। ਪਹਿਲਾਂ ਤਾਂ 2 ਤੇ ਆਪਾਂ ਚੈੱਕ ਕਰੀਏ ਸਿੰਪਲ ਪੋਲ ਆ ਰਿਹਾ ਕਿ ਕੁਝ ਹੋਰ ਆ ਰਿਹਾ ਜੀ। z ਕਾਮਨ ਕੱਢ ਲੈ z - 2। ਹਾਂਜੀ ਪਾਵਰ 1 ਆ ਤਾਂ ਮੇਰੇ ਕੋਲ ਤਕਰੀਬਨ ਮੈਨੂੰ ਆਈਡੀਆ ਲੱਗ ਰਿਹਾ ਮੇਰੇ ਕੋਲ ਸਿੰਪਲ ਪੋਲ ਹੀ ਆ ਰਿਹਾ ਹੈ। ਅਗਰ ਸਿੰਪਲ ਪੋਲ ਆ ਰਿਹਾ ਹੋਵੇ ਤਾਂ ਫਿਰ ਮੇਰੇ ਕੋਲ ਰੈਜ਼ਿਡਿਊ ਕਿਵੇਂ ਕੱਢੀਦਾ ਆਪਾਂ। ਹਾਂਜੀ ਪੁਆਇੰਟ ਕਿਹੜਾ ਮੇਰੇ ਕੋਲ z = 2 ਤੇ। ਤਾਂ ਲਿਮਟ ਦੋ ਮੈਥਡ ਸੀ, ਇੱਕ ਤੋਂ ਜ਼ਿਆਦਾ ਪਾਵਰ ਵਾਲਾ ਰੈਜ਼ਿਡਿਊ ਵੀ ਆਉਂਦਾ ਨਾਲ FZ ਨਾਲ ਮਲਟੀਪਲਾਈ ਕਰ ਦਿੱਤਾ z + 3 ਡਿਵਾਈਡਡ ਬਾਈ z × z - 2 z ਅਪਰੋਚਸ ਟੂ 2। ਲਓ ਜੀ ਆ ਦੋਨੋਂ ਕੱਟੇ ਗਏ। ਜਸਟ ਹੁਣ ਮੈਂ ਕੀ ਫਿਲ ਕਰਨਾ ਇੱਥੇ ਇਹਦੀ ਵੈਲਿਊ 2 ਫਿਲ ਕਰਨੀ ਤਾਂ ਮੇਰੇ ਕੋਲ ਬਣ ਜਾਣਾ 5/2। वैसे भी इथों पता लग गया मेरे को सिंपल पोल आ कोई कट कर गया। अगर सिंपल पोल हो जाए तो जेड़ा मेरे को पोल की वैल्यू आएगी वही मेरे को रेजिड्यू होगा। आंसर मेरे को 5/2।
आंसर मेरे को हैगा सी। हाँ जी, डायरेक्ट थ्योरम की स्टेटमेंट है मेरे को एनालिटिक एंड बाउंडेड की हुंदा मेरे को सी हुंदा लिवलोलाई थ्योरम। जिन्नी नंबर ऑफ वे स्टूडेंट कैन चूज 5 कोर्सेज फ्रॉम 9 टोटल 9 ने ਉਹਦੇ ਚ 2 ਕੰਪਲਸਰੀ ਆ 2 ਮੈਂ ਲੈਣੇ ਲੈਣੇ ਤਾਂ 7 ਰਹਿ ਗਏ ਮੇਰੇ ਕੋਲ ਨਾਨ ਕੰਪਲਸਰੀ ਉਹਨਾਂ ਦੇ ਵਿੱਚੋਂ ਮੈਂ ਚੂਜ਼ ਕਰਾਂਗਾ। ਕਹਿੰਦਾ when the 2 courses are compulsory 5 ਉਹਨੇ ਲੈਣੇ ਆ 2 ਤਾਂ ਉਹਨੇ ਆਹ ਲੈਣੇ ਹੀ ਲੈਣੇ ਯਾਨੀ ਕਿ 2C2 ਤਾਂ ਪੱਕਾ ਹੀ ਆ ਮੇਰੇ ਕੋਲ ਤੇ ਬਾਕੀ ਕਿੰਨੇ ਰਹਿ ਗਏ 3 ਹੋਰ ਚੂਜ਼ ਕਰਨੇ ਪੈਣੇ ਉਹ ਮੈਂ ਇਧਰੋਂ ਚੂਜ਼ ਕਰਾਂਗਾ 7C3 ਜਦੋਂ ਨੂੰ ਸੋਲਵ ਕਰੋਗੇ ਚੈੱਕ ਕਰ ਲਓ ਜੀ 7 into 6 into 5 ਥੱਲੇ 3 into 2 into 1 ਕੱਟਿਆ ਗਿਆ 6 ਨਾਲ ਆਨਸਰ ਆ ਗਿਆ 35 ਮੇਰੇ ਕੋਲ ਰਿਕੁਆਇਰਡ ਵੇ ਆ ਗਿਆ ਰਿਕੁਆਇਰਡ ਵੇ ਨੈਕਸਟ ਚੈੱਕ ਕਰ ਲਓ ਜੀ which of the following is ਕਿਹੜੀ ਥਿਓਰਮ ਹੁੰਦੀ ਹੈ ਜੀ ਆਪਣੇ ਕੋਲੇ ਆਪਾਂ ਪ੍ਰਾਈਮਸ n ਨੂੰ ਪ੍ਰਾਈਮ ਦੇ ਵਿੱਚ ਯੂਨੀਕ मतलब अलग-अलग फैक्टर बना के लिखते हैं और आप लिखते हैं फंडामेंटल थ्योरम ऑफ अर्थमेटिक नोट कर लो जी एज इट इज स्टेटमेंट। नेक्स्ट हाँ जी ये 2 आंसर ठीक है ए भी ठीक है बी भी ठीक है क्यों कहना मेरे को सब ग्रुप का ऑर्डर ग्रुप के ऑर्डर ਨੂੰ डिवाइड करता लैग्रांज थ्योरम अपने को लैग्रांज थ्योरम। सैकंड ही कहता ग्रुप मेरे को फाइनाइट आ ਉਹਦਾ ਆਰਡਰ ਕਿੰਨਾ ਆ ਪ੍ਰਾਈਮ ਠੀਕ ਹੈ ਪ੍ਰਾਈਮ ਹੋਵੇ ਤਾਂ ਮੈਨੂੰ ਪਤਾ ਕੀ ਹੁੰਦਾ ਮੇਰੇ ਕੋਲ ਸਾਈਕਲਿਕ ਵੀ ਹੁੰਦਾ ਤੇ ਅਬੀਲੀਅਨ ਦੋਨੋਂ ਹੁੰਦੇ ਆ ਤਾਂ ਮੇਰੇ ਕੋਲ ਬੀ ਆਪਸ਼ਨ ਠੀਕ ਹੈ। ਹਾਂਜੀ ਪ੍ਰੋਡਕਟ ਆਫ ਆਡ ਪਰਮੋਟੇਸ਼ਨ ਇਜ਼ ਆਡ ਹਾਂਜੀ ਆਡ ਦੇ ਆਡ ਨਹੀਂ ਸੀ ਹੁੰਦੀਆਂ ਈਵਨ ਹੁੰਦੀਆਂ ਸੀ ਇਹ ਗਿਆ ਇਹ ਸਬ ਗਰੁੱਪ ਆਫ p ਪਾਵਰ m p power m divides is called Shiloh p नहीं नाल मेरे को p m plus 1 भी डिवाइड करता होना चाहिए does not divide करे order of 0 फिर आप कहने हैं Shiloh p तो मेरे को ऑप्शन एरिया 2 ठीक ने A and B both। हाँ जी क्वेश्चन रॉन्ग है वैसे रीजन भी चलो मैं दस दिना स्टार क्वेश्चन इतने वर्ड लिखना होना चाहिए सी इनकरैक्ट फिर ये सही बनता है वर्ड होना चाहिए सी इनकरैक्ट। और पहला देखो पहली स्टेटमेंट बिल्कुल ट्रू आ एज इट इज अपने को अगर ग्रेजुएशन की बुक देखोगे तो वो सम आ मेरे को की कहता अगर मेरे को एक्स क्यूब इज इक्वल टू एक्स हो तो मेरे को की होएगा जो रिंग की गल करता पाया वो अबीलियन होगा ठीक है जी फर्स्ट ठीक है। सैकंड देख लो जी ए पी आई डी कहता मेरे को UFD होंदा है हुण आपां नूं पता है तो होंदा है ट्रू आ। थर्ड देख लो जी कहता एवरी प्राइम आइडियल मैक्सिमल होंदा आपां कर चुके हैं 0 मेरे को की आ प्राइम आइडियल आ बट नॉट मैक्सिमल आइडियल कादे च Z दे विच तो मेरे को थर्ड स्टेटमेंट की है मेरे को रॉन्ग आ यही उन्हें आंसर दिता होया। और एक चीज होर अपने को एन आइडियल यू आ मेरे को यू आ ये मेरे को आर आ बार कहता कंटेन्स यूनिट ऑफ आर जिहड़ा इहदा यूनिट मैंबर आ वो इहदे च यूनिट मान लो मेरे को 1 ही आ हुण 1 इहदे च बिलोंग कर गया अगर तुहानूं दस्सिया सी 1 यू आइडियल दे विच आ जाए तो वो मेरे को यू इज इक्वल टू आर हो जाता क्यों क्योंकि आर दा तुसीं जिहड़ा मर्जी एलीमेंट लाओगे ठीक है सपोज करो फिर मैं लिखूंगा आर इंटू 1 तो उन्हें आर बन के यू दे विच चला जाना यानी कि पूरे दे पूरे एलीमेंट्स किधर चले गए यू दे विच चले गए ता करके आप कह दें यू इज इक्वल टू मेरे को आर हो जाता यानी कि मेरे को फोर्थ ऑप्शन भी ठीक है। तो वर्ड इनकरैक्ट लिखना चाहिए सी उन्होंने करैक्ट लिख दिता क्लियर है जी। हाँ जी कहता विच ऑफ द फॉलोइंग इज करेक्ट एक्स पावर n माइनस p ये मेरे को लिखी है इरिड्यूसिबल ओवर क्यू लो जी कुछ भी तुसी लिख लो इतने पावर फिल करके देख लो
ਪੋਲੀਨੋਮੀਅਲ ਮੇਰੇ ਕੋਲ ਰਿਡਿਊਸ ਨਹੀਂ ਹੁੰਦੀਗੀ। ਸਪੋਜ਼ ਕਰ ਲਓ ਮੈਂ ਇੱਥੇ ਲਿਖਦਾ x ਸਕੁਅਰ ਮਾਈਨਸ 2। ਹੁਣ ਜਦੋਂ ਮੈਨੂੰ ਇਹਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕਰਾਂਗਾ ਮੇਰੇ ਕੋਲ ਰਿਡਿਊਸਿਬਲ ਕਦੋਂ ਹੋਏਗੀ ਉਹ ਵੀ ਤੁਹਾਨੂੰ ਦੱਸ ਦਿੰਦਾ। √2 ਜਾਂ ਤਾਂ ਮੇਰੇ ਕੋਲ ਆ ਯੂਨਿਟ ਹੋਣਾ ਚਾਹੀਦਾ ਜਾਂ ਮੇਰੇ ਕੋਲ ਆ ਯੂਨਿਟ ਹੋਣਾ ਚਾਹੀਦਾ। ਦੇਖੋ ਦੋਨਾਂ ਦੇ ਵਿੱਚੋਂ ਕੋਈ ਵੀ ਯੂਨਿਟ ਨਹੀਂਗਾ, ਠੀਕ ਹੈ। ਯੂਨਿਟ ਹੋਣਾ ਚਾਹੀਦਾ ਕਾਹਦੇ ਚ? Q ਦੇ ਵਿੱਚ, Q ਦੇ ਵਿੱਚ। ਹੁਣ ਦੇਖੋ ਇਹਦਾ ਯੂਨਿਟ ਕੀ ਬਣਨਾ ਤੁਹਾਡੇ ਕੋਲੇ? ਹਾਂਜੀ ਯੂਨਿਟ Q ਦਾ ਯੂਨਿਟ ਕੀ ਹੁੰਦਾ ਮੇਰੇ ਕੋਲੇ? 1, ਠੀਕ ਹੈ। ਤਾਂ ਕਰਕੇ ਇਹ ਮੇਰੇ ਕੋਲ ਨਾ ਤਾਂ ਇਹ ਯੂਨਿਟ ਹੈ ਨਾ ਮੇਰੇ ਕੋਲ ਇਹ ਯੂਨਿਟ ਹੈ। ਇਹ ਮੇਰੇ ਕੋਲ ਕੀ ਹੈ? ਇਰਰਿਡਿਊਸਿਬਲ। ਆਨਸਰ ਮੇਰਾ ਪਹਿਲਾਂ ਹੀ ਠੀਕ ਆ। ਕਹਿੰਦਾ the ring of integers modulo 4 is field sorry Z4 ਕਰ ਲਓ। ਰਿੰਗ ਆ ਮੇਰੇ ਕੋਲੇ, ਹੁਣੇ ਕਦੇ ਫੀਲਡ ਹੋਏਗੀ? ਐਗਜ਼ਾਮਪਲ ਦੇ ਨਾਲ ਕਰ ਲਓ। Z4 ਦੀ ਗੱਲ ਕਰਦੇ ਪਏ। ਹਾਂਜੀ ਕੰਪੋਜ਼ਿਟ ਨੰਬਰ ਆ ਗਿਆ ਤਾਂ ਕੰਪੋਜ਼ਿਟ ਨੰਬਰ ਮੇਰੇ ਕੋਲੇ ਕਦੇ ਵੀ ਫੀਲਡ ਨਹੀਂ ਹੁੰਦਾ ਕਿਉਂਕਿ ਇਹ ਇੰਟੈਗਰਲ ਡੋਮੇਨ ਹੀ ਨਹੀਂਗਾ। not id implies not field, ਇਹ ਵੀ ਹੈਗਾ। The alternative group AN has a non-trivial normal subgroup. Non-trivial मतलब ਕੀ ਹੁੰਦਾ? ਖੁਦ, ਠੀਕ ਹੈ, ਖੁਦ and identity ਤੋਂ ਬਿਨਾ ਜਿਹੜਾ ਬਣੇ, ਬਿਨਾ, ਉਹਨੂੰ ਬੋਲਦੇ ਆਪਾਂ ਨॉन ट्रिवियल। ਹੁਣ ਇਹਦੇ ਚ ਕੀ ਬੋਲਿਆ? ਕਹਿੰਦਾ ਨਾਰਮਲ ਸਬ ਗਰੁੱਪ ਹੈਗਾ ਇਦਾਂ ਦਾ ਕੋਈ? ਹਾਂਜੀ ਇਦਾਂ ਦਾ ਕੋਈ ਵੀ ਨਹੀਂ ਹੁੰਦਾਗਾ ਜਦੋਂ a = 5 ਤੋਂ ਵੱਡੀ ਵੈਲਿਊ ਆ ਜਾਏ, ਠੀਕ ਹੈ ਜੀ। ਇਸ ਤੋਂ ਬਾਅਦ ਕੋਈ ਵੀ ਨਹੀਂ ਹੁੰਦਾਗਾ। ਇਸ ਤੋਂ ਪਹਿਲਾਂ ਹੋ ਜਾਂਦੇ ਆ ਜਿਵੇਂ, ਠੀਕ ਹੈ ਜੀ, A4 ਦਾ ਤੁਹਾਨੂੰ ਕੋਈ ਮਿਲ ਜਾਂਦਾ ਆ, ਠੀਕ ਹੈ ਜੀ। ਪਰ ਜੇ ਤੁਸੀਂ ਇਹਨੂੰ ਵੱਡਾ ਚਲੇ ਜਾਓਗੇ n ਤੋਂ ਵੈਲਿਊ ਵੱਡੀ 4 ਤੋਂ, ਸੌਰੀ 5 ਤੋਂ, ਫਿਰ ਤੁਹਾਨੂੰ ਕੋਈ ਨਹੀਂ ਮਿਲਦਾ। ਅੱਗੇ ਆ ਗਿਆ ਜੀ ਮੇਰੇ ਕੋਲ ਸੋਲਵੇਬਲ ਸਿਮੈਟਰੀ ਗਰੁੱਪ Sn of degree n is always solvable। ਕਦੇ ਵੀ ਇਹ ਸੋਲਵੇਬਲ ਨਹੀਂ ਹੁੰਦਾ ਜੀ। ਡੀ ਵੀ ਰੋਂਗ ਆ। ਅਗਰ ਮੇਰੇ ਕੋਲ ਫਸਟ ਹੀ ਠੀਕ ਆ ਗਈ ਸੀ ਤਾਂ ਫਿਰ ਮੈਨੂੰ ਅੱਗੇ ਜਾਣ ਦੀ ਜ਼ਰੂਰਤ ਹੀ ਨਹੀਂ ਸੀ ਵੈਸੇ ਤਾਂ। ਹਾਂਜੀ ਇਹਨੂੰ ਐਜ਼ ਇਟ ਇਜ਼ ਨੋਟ ਕਰ ਲਓ। ਡਿਸਕ੍ਰੀਟ ਟੋਪੋਲੋਜੀਕਲ ਸਪੇਸ ਕੀ ਹੁੰਦੀ ਆ? ਹਾਊਸ ਡ੍ਰੌਪ ਹੁੰਦੀ ਆ ਐਜ਼ ਇਟ। ਸਟੇਟਮੈਂਟ ਨੂੰ ਆਪਾਂ ਪ੍ਰੂਫ ਮਤਲਬ ਆਪਾਂ ਸਿਰਫ ਨੋਟ ਕਰ ਸਕਦੇ ਹਾਂ। ਅੱਗੇ ਦੇਖ ਲਓ ਜੀ, ਰੀਅਲ ਲਾਈਨ। ਰੀਅਲ ਲਾਈਨ ਤੇ ਚੈੱਕ ਕਰਨਾ ਕਿਹੜੀ ਆਪਸ਼ਨ ਹੋਏਗੀ। ਨੈਚੁਰਲ ਨੰਬਰ ਡੈਂਸ ਹੁੰਦੇ ਆ, ਮਤਲਬ ਨੈਚੁਰਲ ਨੰਬਰ ਦੇ ਜਦੋਂ ਲਿਮਿਟ ਪੁਆਇੰਟ ਕੱਢਾਂਗੇ ਉਹ r ਦੇ ਬਰਾਬਰ ਆ ਰਹੇ ਆ। ਡੈਂਸ ਮੇਰੇ ਕੋਲ ਇਹ ਹੁੰਦਾ, ਕੋਈ ਵੀ ਸੈੱਟ ਉਹਦੇ ਲਿਮਿਟ ਪੁਆਇੰਟ r ਦੇ ਬਰਾਬਰ ਆ ਜਾਣ ਤਾਂ ਉਹਨੂੰ ਮੈਂ ਡੈਂਸ ਬੋਲਦਾ ਹੁੰਦਾ। ਹੁਣ ਇਹਦੇ ਲਿਮਿਟ ਪੁਆਇੰਟ ਕਿੰਨੇ ਆਉਂਦੇ ਹੁੰਦੇ ਆ? ਨੈਚੁਰਲ ਦੇ 5 ਆਉਂਦੇ ਹੁੰਦੇ ਆ। ਕਿੱਥੋਂ ਹੋ ਜਾਏਗਾ ਜੀ? ਹੁਣ ਇਹਦੇ ਲਿਮਿਟ ਪੁਆਇੰਟ ਕਿੰਨੇ ਆਏਗਾ b ਦੇ? ਇਹਨੂੰ a ਬੋਲ ਦਿੰਦੇ ਆ। ਇੱਕੋ ਹੀ ਆਏਗਾ 0 ਤੇ r ਦੇ ਬਰਾਬਰ ਤਾਂ ਆਇਆ ਨਹੀਂ, ਮਤਲਬ ਸੈਕੰਡ ਆਪਸ਼ਨ ਵੀ ਗਈ, ਫਸਟ ਪਹਿਲੇ ਹੀ ਕੈਂਸਲ ਹੋ ਗਈ। ਕੈਂਟਰ ਸੈਟ ਇਜ਼ ਡੈਂਸ। ਕੈਂਟਰ ਸੈਟ ਮੇਰੇ ਕੋਲ ਕੋਈ ਵੀ ਕਲੋਜ਼ ਸੈਟ ਹੁੰਦਾ, ਠੀਕ ਹੈ। ਮਤਲਬ ਇਹਨੂੰ ਕੀ ਕਰਦੇ ਆਪਾਂ? ਬ੍ਰੇਕ ਕਰਕੇ ਇਹਦੇ ਪਾਰਟੀਸ਼ਨਸ ਕਰੀ ਜਾਂਦੇ ਰਹਿੰਦੇ ਆ। ਪਹਿਲਾਂ ਇਹਨੂੰ 2 ਦੇ ਵਿੱਚ ਡਿਵਾਈਡ ਕਰਤਾ, ਫਿਰ 3 ਦੇ ਵਿੱਚ। ਹੁਣ ਆ ਸਾਰੇ ਮੇਰੇ ਕੋਲ ਕੀ ਹੋਣਗੇ? ਇਹਦੇ ਚ ਲਿਮਿਟ ਪੁਆਇੰਟ ਕਰੂੰਗਾ ਤਾਂ ਉਹ ਮੇਰੇ ਕੋਲ ਇਹੀ ਆ ਜਾਣੇ, ਠੀਕ ਹੈ। ਤਾਂ ਮੇਰੇ ਕੋਲ ਥਰਡ ਆਪਸ਼ਨ ਵੀ ਡੈਂਸ ਨਹੀਂ ਹੋਏਗਾ ਕਦੇ। ਫੋਰਥ ਰਹਿ ਗਿਆ Q ਦੇ ਆਪਾਂ ਲਿਮਿਟ ਪੁਆਇੰਟ ਕੱਢੇ ਸੀਗੇ। Q ਡੈਸ਼ ਕਿੰਨੇ ਹੁੰਦੇ ਆ ਮੇਰੇ ਕੋਲ? r ਦੇ ਬਰਾਬਰ ਹੁੰਦੇ ਆ। ਇਹ ਮੇਰੇ ਕੋਲ ਡੈਂਸ। ਕਲੀਅਰ ਹੈ ਜੀ? ਨੈਕਸਟ ਚੈੱਕ ਕਰ ਲਓ ਜੀ, ਐਜ਼ ਇਟ ਇਜ਼ ਸਟੇਟਮੈਂਟ ਨੋਟ ਕਰ ਲਓ ਜੀ। ਕੀ ਹੁੰਦਾ ਮੇਰੇ ਕੋਲ? ਫਸਟ ਕਾਊਂਟੇਬਿਲਿਟੀ ਕਦੋਂ? which one of the following is not product invariant under arbitrary collection of topological spaces। ਵੈਸੇ ਮੈਂ topological spaces ਦੇ ਜਿਵੇਂ ਮੈਂ ਤੁਹਾਨੂੰ ਕੱਲ ਸੈਂਡ ਕਰੇ ਸੀਗੇ ਮਕੈਨਿਕਸ ਦੇ, ਉਹਦਾ 3-4 ਪੇਜ ਸੈਂਡ ਕਰਦਾ, ਉਹ ਰੀਡ ਕਰ ਲਓ। ਉਹਦੇ ਚ ਫਸਟ ਕਾਊਂਟੇਬਿਲਿਟੀ, ਸੈਕੰਡ ਕਾਊਂਟੇਬਿਲਿਟੀ ਵਗੈਰਾ ਦੱਸਿਆ ਹੋਇਆ ਥੋੜਾ। ਹਾਂਜੀ ਅੱਗੇ ਦੇਖ ਲਓ ਜੀ। ਹਾਂਜੀ ਡਿਗਰੀ ਫਾਈਂਡ ਕਰਨੀ ਹੈ ਜੀ। ਆਪਣਾ ਮੇਨ ਮੋਟਿਵ ਕੀ ਆ? 135 ਪਲੱਸ ਮਾਰਕਸ ਲੈਣੇ। ਅਗਰ ਆਪਣੇ 135 ਪਲੱਸ ਮਾਰਕਸ ਆਉਂਦੇ ਆ ਤਾਂ ਕਿ ਆਪਾਂ ਕੀ ਬਹੁਤ ਵਧੀਆ ਕੰਪੀਟੀਸ਼ਨ ਚ ਆ ਜਾਏਗੇ। ਹਾਂਜੀ
ਇਹਨੂੰ ਕੀ ਆਪਾਂ ਲਿਖ ਦਿੱਤਾ, ਬਾਕੀ ਨੂੰ ਮੈਂ ਸਾਰਿਆਂ ਨੂੰ ਰਾਈਟ ਸਾਈਡ ਤੇ ਲੈ ਗਿਆ। ਰਾਈਟ ਸਾਈਡ ਤੇ ਲੈ ਕੇ ਗਿਆ ਤਾਂ ਮੇਰੇ ਕੋਲ ਬਣ ਜਾਣਾ 3, ਕਿਉਂਕਿ ਆਪਣੇ ਕੋਲੇ ਡਿਗਰੀ ਦੇ ਵਿੱਚ ਜਦੋਂ ਚੈੱਕ ਕਰਨਾ ਹੋਵੇ ਕੋਈ ਫ੍ਰੈਕਸ਼ਨ ਵਗੈਰਾ ਨਹੀਂ ਹੋਣੇ ਚਾਹੀਦੇ, ਤਾਂ ਹੀ ਆਪਾਂ ਇਹਨੂੰ ਚੈੱਕ ਕਰ ਸਕਦੇ। ਹਾਂਜੀ, ਕਿੰਨੀ ਪਾਵਰ ਕਰਾਂਗਾ ਇਹਦੀ ਮੈਨੂੰ ਕਿਊਬਿੰਗ ਕਰਨੀ ਪੈਣੀ ਦੋਨੋਂ ਬੰਨੇ ਮੈਂ ਕਰ ਦਿੱਤੀ ਕਿਊਬਿੰਗ। ਲਓ ਜੀ, ਇਧਰ 3 ਹੋ ਗਿਆ, इधर भी 3 हो गया। हम जो 3 ਕੀਤਾ, देखो जी 3 आ कटेगा ये दोनों, तो मेरे को हाईएस्ट ऑर्डर ਦੀ ਪਾਵਰ ਡਿਗਰੀ ਹੁੰਦੀ ਹੈ ਮੇਰੇ ਕੋਲੇ, ਤਾਂ ਹਾਈਐਸਟ ਆਰਡਰ ਮੇਰੇ ਕੋਲੇ ਕਿੰਨਾ 3 ਆ, ਤਾਂ ਡਿਗਰੀ ਕਿੰਨੀ ਆ ਗਈ ਮੇਰੇ ਕੋਲੇ 2। ਆਨਸਰ ਇਹ ਹੈ ਜੀ। ਹਾਂਜੀ, ਕੀ ਕਹਿੰਦਾ ਮੇਰੇ ਕੋਲੇ, ਦੀ ਇਕੁਏਸ਼ਨ ਆਫ ਦੀ ਕਰਵ whose slope at any point different from origin is this। ਹੁਣ ਜਸਟ ਆਪਾਂ dy/dx ਕੱਢਣਾ ਸੀ ਆਪਸ਼ਨ ਦਾ, ਜਿਹਦਾ ਆਨਸਰ ਮੇਰੇ ਕੋਲੇ ਇਹਦੇ ਬਰਾਬਰ ਆ ਗਿਆ, ਮੇਰਾ ਆਨਸਰ ਹੋਣਾ ਸੀਗਾ। ਕਿਉਂ? ਹੁਣ ਕੀ ਆ ਮੇਰੇ ਕੋਲੇ ਕਰਵਸ ਨੇ, ਇਹਨਾਂ ਦੀ ਸਲੋਪ ਕਿੰਨੀ ਆ, ਇਹ ਵਾਲੀ ਸਲੋਪ ਦਾ ਮਤਲਬ ਕੀ ਹੁੰਦਾ, ਮੇਰੇ ਕੋਲੇ dy/dx ਇਨਡਾਇਰੈਕਟਲੀ ਪੁੱਛਿਆ ਗਿਆ ਸੀਗਾ। ਤਾਂ ਦੇਖੋ ਜੇ ਤੁਸੀਂ ਫਸਟ ਦਾ ਚੈੱਕ ਕਰਦੇ ਹੋ, ਉਹਨੇ ਬਣ ਜਾਣਾ dy/dx 1 + e⁻x, ਨਹੀਂ ਆਨਸਰ ਬਣਿਆ। ਸੈਕੰਡ ਚੈੱਕ ਕਰ ਲਓ ਜੀ, ਠੀਕ ਹੈ ਜੀ, ਉਹ ਨਹੀਂ ਬਣੇਗਾ। ਮੈਂ ਥਰਡ ਤੇ ਆ ਰਿਹਾ, ਥਰਡ ਕਿਵੇਂ ਬਣੇਗਾ ਦੇਖ ਲਓ ਜੀ। y/, ਕਿਉਂਕਿ ਮੈਨੂੰ k ਨਹੀਂ ਛੱਡਿਆ ਤਾਂ ਨਾਲ k ਆਨਸਰ ਦੇ ਵਿੱਚ ਆ ਜਾਏਗਾ, ਤੇ ਮੇਰੇ ਕੋਲੇ ਬਣ ਜਾਣਾ x e⁻x = k। ਇਹਨਾਂ ਦੋਨੋਂ ਵੀ ਉੱਪਰ ਲੈ ਗਏ ਆਪਾਂ, x ਨੈਗੇਟਿਵ e⁻−x * y। ਹਾਂਜੀ, ਹੁਣ ਇਹਦਾ dy/dx ਕੱਢ ਦਿਓ ਜੀ। ਓਕੇ ਜੀ, ਉੱਪਰ ਲੈ ਕੇ ਜਾਣਾ ਉੱਪਰ ਲੈ ਜਾਓ, ਨਹੀਂ ਤਾਂ ਇਹਨੂੰ ਵੈਸੇ ਸੋਲਵ ਕਰ ਦਿੰਦੇ ਆ, ਡਿਨੋਮੀਨੇਟਰ ਦੇ ਵਿੱਚ ਹੀ ਰਹਿਣ ਦੇ ਭਾਵੇਂ। ਕੁਐਸਚਨ ਰੂਲ ਲਗਾ ਦਿੰਦੇ ਆਪਾਂ, ਸੌਖਾ ਹੋ ਜਾਏਗਾ ਥੋੜਾ ਜਿਹਾ। ਹਾਂਜੀ, ਕੁਐਸਚਨ ਰੂਲ ਲਗਾਇਆ, ਉੱਪਰ नीचे वाले का स्केयर, हाँ जी, डिनोमिनेटर एज इट इज, न्यूमिनेटर का डेरिवेटिव माइनस न्यूमिनेटर एज इट इज, डिनोमिनेटर का डिनोमिनेटर के प्रोडक्ट रूल लगेगा, फर्स्ट का डेरिवेटिव 1 e⁻x उस तरह ही, फिर अगला उस तरह आ गया। हाँ जी, इज इक्वल टू 0। हुण डिनोमिनेटर नॉन जीरो होएगा, इन्हू उधर भेज दिता, मेरे को जस्ट चेक कर लो जी। ये रहेगा मेरे को x e⁻x dy/dx, ये नेगेटिव है, राइट साइड पे भेज दिता, ये पॉजिटिव बन गया। y e⁻x मल्टीप्लाई कर दिता जी, y x e⁻x, x e⁻x ना डिवाइड कर दिता, तो तुहाडे कोल की बच जाएगा dy/dx, कटिंग करके लो जी, एक लाइन होर ही लिख देते, y e⁻x x e⁻x प्लस y x e⁻x डिवाइडेड बाय x e⁻x, ये दोनों कट्टे गए, तो आंसर की बन गया, देखो y/x प्लस y। देखो यही मेरे को आंसर दे आ रहा है, इसका डेरिवेटिव पूछा ਸੀ मैं जस्ट। क्लियर है जी? नेक्स्ट चलते हैं, इंटीग्रेटिंग फैक्टर फाइंड करना जी, ये तो आई होप तुम कर ही लओगे, मैं थोड़ा लिख के छड़ दिना, e⁻p⁻dx यानी कि तुहाडे कोले sin x ओवर cos x होगा। हुण इहनूं सॉल्व कर लियो जी, तुहाडे कोले आंसर किहड़ा आ जाएगा, बी आ जाएगा। हाँ जी, की कह रहा है, कहना डिफरेंशियल इक्वेशन ऑफ फैमिली ऑफ स्ट्रेट लाइन whose slope is equal to y intercept। ओके जी, इंटरसेप्ट फॉर्म लिखन लगा, मेरे को कहंदा y = mx + c, ਤਾਂ ਸਲੋਪ ਕਿਹਦੇ ਬਰਾਬਰ ਹੈ, ਕਹਿੰਦਾ y ਇੰਟਰਸੈਪਟ ਤੇ, ਆ ਮੇਰੇ ਕੋਲੇ y ਇੰਟਰਸੈਪਟ ਹੁੰਦਾ, ਤਾਂ ਮੇਰੇ ਕੋਲ m ਦੀ ਵੈਲਿਊ ਕਿੰਨੀ ਆ ਗਈ ਸੀ, ਤਾਂ ਆਪਾਂ ਇਹ ਚ ਫਿਲ ਕਰ ਦਿੰਨੇ ਆ, ਮੇਰੇ ਕੋਲ ਕੀ ਬਣ ਗਿਆ y = cx + c, c ਬਾਹਰ ਨਿਕਾਲ ਲਿਆ, x + 1, ਜਸਟ ਡੈਰੀਵੇਟਿਵ ਕਰ ਦੇ, dy/dx ਤੁਹਾਡੇ ਕੋਲੇ ਕੀ ਬਣ ਜਾਣਾ, हाँ जी, इत्थे बन जाना ਤੁਹਾਡੇ ਕੋਲੇ जस्ट c। ठीक है जी, ਤਾਂ ਆਨਸਰ ਦੇ ਵਿੱਚ ਫਿਲ ਕਰ ਦਿਓ, c ਦੀ ਵੈਲਿਊ ਕਿੰਨੀ ਆਈ ਤੁਹਾਡੇ ਕੋਲੇ 1 ਦੇ ਵਿੱਚ, y = dy/dx x + 1। ਹੁਣ ਜਦੋਂ ਇਹਨੂੰ ਸੌਰਟ ਕਰਦੇ ਆ
तो ਤੁਹਾਡੇ ਕੋਲੇ ਆਪਸ਼ਨ ਨੰਬਰ ਬੀ ਬਣ ਰਹੀ ਹੈ। ਦੇਖੋ x + 1 dy/dx, ਇਹਨੂੰ ਇੱਧਰ ਲੈ ਕੇ ਆਂਦਾ ਨੈਗੇਟਿਵ ਦਾ y ਹੋ ਗਿਆ, इधर 0 बन गया, भला लेफ्ट लिख लो भावे राइट लिख लो, कोई दिक्कत नहीं, आंसर बी। क्लियर। नेक्स्ट देख लो जी। हाँ जी, इदां दे क्वेश्चन बड़े मजेदार होंदे आ क्योंकि क्वेश्चन ही मैनू हिंट दिंदा आ। वैसे तो मैं तुहानू कह रहा सी इहनू बाय ऑप्शन करना, बाय ऑप्शन करना ते इहनू ये मेरे को बन जाना, देखो x² z² इहनू c1 कह दो, c1 कहना c1 कह दो, c2 कहना c2 कह दो, जो मर्जी कोई कांस्टेंट। पर इथों मैनू कोई फायदा नहीं होने वाला, ਇਹਦੇ ਚ ਵੀ ਸੇਮ ਆ, ਇਹਦੇ ਚ ਵੀ ਸੇਮ ਆ, ਇਹਦੇ ਚ ਵੀ ਸੇਮ ਆ, ਤੇ ਲਾਸਟ ਵਾਲੇ ਚ ਤਾਂ ਮੇਰੇ ਕੋਲ z ਕਿਤੇ ਇਨਵੋਲਵ ਹੀ ਨਹੀਂ, ਲਾਸਟ ਵਾਲਾ ਮੇਰੇ ਕੋਲ ਕਦੇ ਆਨਸਰ ਹੀ ਨਹੀਂ ਹੋਏਗਾ। ਹੁਣ ਇਹਦੇ ਤੋਂ ਮੈਨੂੰ ਪਤਾ ਲੱਗਾ ਇੱਕ ਤਾਂ ਮੇਰੇ ਕੋਲ ਇਹ ਸੋਲੂਸ਼ਨ ਆ ਗਿਆ, ਇੱਕ ਮੇਰੇ ਕੋਲ ਸੋਲੂਸ਼ਨ ਇਹ ਹੋਏਗਾ x³ y³ c2, ਜਾਂ ਮੇਰੇ ਕੋਲ ਇਹ ਕੀ ਹੋਏਗਾ y³ c3 कह लो भावें, ठीक है, ਜਾਂ ਮੇਰੇ ਕੋਲ ਕਿਹੜਾ ਆਨਸਰ ਆ ਜਾਏਗਾ x³ ਤੇ ਇਹਨੂੰ c4 ਕੱਢੇ, ਇਹਨਾਂ ਦੇ ਤਿੰਨਾਂ ਦੇ ਵਿੱਚੋਂ ਮੇਰੇ ਕੋਲ ਇੱਕ ਆਨਸਰ ਹੋਏਗਾ। ਤਾਂ ਮੈਨੂੰ ਇਹਦੇ ਤੋਂ ਮੈਨੂੰ ਆਈਡੀਆ ਲੱਗ ਰਿਹਾ ਵੀ ਮੇਰੇ ਕੋਲ ਸ਼ਾਇਦ ਇਹ ਆਨਸਰ ਹੋ ਜਾਏ। ਫਿਰ ਮੈਂ ਕਿਵੇਂ ਕਰਨਾ, ਵੈਸੇ ਤਾਂ ਮੈਂ ਇਹਦੇ ਤੋਂ ਕਰ ਲੱਗਾ, ਮੈਂ ਲਿਖੂੰਗਾ dx/ ਜੋ p ਦੇ ਨਾਲ ਕੋਐਫੀਸ਼ੀਐਂਟ ਲੱਗੇ ਹੁੰਦੇ ਆ y²। ਓਕੇ, ਜਿਹਨੂੰ ਸੈੱਟ ਕਰ ਦਈਏ x ਨੂੰ ਸਾਰੇ ਬੰਨੇ ਮਲਟੀਪਲਾਈ ਕਰ ਲਓ, ਐਵੇਂ ਨਾਲ ਤੁਰਿਆ ਫਿਰਦਾ, ਇਹਨੇ ਬਣ ਜਾਣਾ ਮੇਰੇ ਕੋਲ y² z p, ਇਹਨੇ ਬਣ ਜਾਣਾ ਮੇਰੇ ਕੋਲ x² z q, ਤੇ ਰਾਈਟ ਸਾਈਡ ਤੇ ਬਣ ਜਾਣਾ ਮੇਰੇ ਕੋਲ y² ਨਾਲ x ਬਣ ਜਾਣਾ। ਥੋੜਾ ਲਿਖਣਾ ਸੌਖਾ ਹੋ ਜਾਏਗਾ, ਉਵੇਂ ਵੀ ਹੋ ਜਾਏਗਾ, ਕੋਈ ਪ੍ਰੋਬਲਮ ਨਹੀਂਗਾ। ਇਹਨੇ ਬਣ ਜਾਣਾ dy/x² z² ਨਾਲ ਮੇਰੇ ਕੋਲ ਕੀ ਹੁੰਦਾ dz, ਜੋ ਮੇਰੇ ਕੋਲ ਰਾਈਟ ਸਾਈਡ ਤੇ r ਹੋ ਜਾਂਦਾ, ਇਹਨੂੰ ਕਹਿੰਦੇ ਆ। ਹਾਂਜੀ, ਦੇਖੋ ਜਦੋਂ ਮੈਂ ਪਹਿਲੇ ਦੋ ਨੂੰ ਸੋਲਵ ਕੀਤਾ, ਤੁਹਾਡਾ ਆਨਸਰ ਬਣ ਗਿਆ, ਹੁਣ ਚੈੱਕ ਕਰ ਲਓ। z ਨਾਲ z कैंसिल हो गया, x² dx y² dy, इंटीग्रेशन कर देती, प्लस c लगाना पाया, मतलब बन गया मतलब देखो x³/3, इन्हू इधर ले आइए y³/3 इज इक्वल टू c, x³ माइनस y³ 3c, इन्हें नवा कांस्टेंट का नाम दे दो c1, तो मेरे को देखो आंसर यही आ गया। आंसर मेरे को केड़ा बन गया जी इत्थे भी। किसी को नहीं समझ लगा दस। हाँ जी, नेक्स्ट देख लो जी। चारपेट मैथड किहदे वास्ते यूज होंदा जी, पार्शियल डिफरेंशियल इक्वेशन वास्ते यूज होंदा, कदों जदों नॉन लीनियर हो। नोट कर लो जी, ठीक है, स्टेटमेंट ही है मेरे को, आंसर सी। हाँ जी, मोस्ट कॉमन क्वेश्चन जिहड़ा हर पेपर दे विच आया होया, कन्वर्जेंस न्यूटन रेप्सन दी। हाँ जी, सुत्ते पे भी क्वेश्चन आ जाए तो हुण आपां टिक लगा देनी 2 ते। हाँ जी, कहना विच ऑफ दिस स्टेटमेंट इज इनकरैक्ट। फर्स्ट देखो मेरे को कंडीशन की हुंदी सी, मेरे को जे तुहानूं याद होवे तां करली f ओवर करली y d/dx करली f ओवर करली y डैश इज इक्वल टू 0, एक्सट्रीमल दी कंडीशन होंदी सी, एक्सट्रीमम दी। देखो जो ਇਹਦੇ ਨਾਲ ਕੰਪੇਅਰ ਕਰਦੇ हैं, ਇੱਥੇ ਉਹ x ਲਿਖੀ ਬੈਠਿਆ, ਤਾਂ ਆਨਸਰ ਤਾਂ ਮੇਰਾ ਪਹਿਲਾ ਹੀ ਗਲਤ ਆ, ਬਾਕੀ ਪੜ੍ਹ ਲੈਂਦੇ ਆ। ਸੈਕੰਡ ਦੇਖ ਲਓ ਜੀ, ਦੀ ਪਾਥ ਔਨ ਦੀ ਵਿਚ ਇਹ ਪਾਰਟੀਕਲ in the absence of friction will slide from one point to another point, the shortest distance under gravity cycloid होना, ਤੁਹਾਨੂੰ ਕਰਕੇ ਵੀ ਦਿਖਾਇਆ ਸੀ। ਜਦੋਂ ਇਧਰ ਪਾਥ ਤੈਅ ਕਰਦੇ, ਇਹ ਮੇਰੇ ਕੋਲ a ਸੀ, ਆਪਾਂ ਉੱਪਰੋਂ ਕੀ ਇਸ ਤਰ੍ਹਾਂ ਇਹਨੂੰ ਭੇਜ ਦਿੰਨੇ ਆ, ਤੇ ਜਿਹੜਾ ਮੇਰੇ ਕੋਲ ਪਾਥ ਤੈਅ ਕਰਦਾ ਉਹ ਕੀ ਹੁੰਦਾ ਮੇਰੇ ਕੋਲ ਸਾਈਕਲੋਇਡ, ਠੀਕ ਹੈ, ਇੱਕ ਸਰਕਲ ਦੀ ਫਾਰਮ ਦੇ ਵਿੱਚ ਉਹਦਾ ਇੱਕ ਪਾਰਟ ਹੋ ਜਾਂਦਾ, ਠੀਕ ਹੈ ਜੀ। ਸੈਕੰਡ, ਜਿਓਸਿਸ ਆਫ ਅ ਪਲੇਨ ਸਟ੍ਰੇਟ ਲਾਈਨਸ ਹੁੰਦੀਆਂ, ਹਾਂਜੀ ਠੀਕ ਆ ਜੀ। Geodesics of a surface is curve along the distance between any 2 point in the surface, minimum distance ਹੁੰਦਾ ਜੀ ਆਪਣੇ ਕੋਲ, ਠੀਕ ਹੈ ਜੀ। ਹੋ ਗਿਆ ਜੀ ਬਸ। तो मेरे को ऑप्शन ਕਿਹੜੀ ਸੀ ए। ਹਾਂਜੀ, A and B are constant and known, ਜਦੋਂ ਦੋਨੋਂ ਕਾਂਸਟੈਂਟ ਹੋ ਗਏ ਤੇ ਦੋਨੋਂ ਵੈਲਿਊ ਪਤਾ, ਤੇ ਮੇਰੇ ਕੋਲ ਕੀ ਹੁੰਦੀ ਆ ਇਹ ਫਰੈਡ ਹੋ, ਆਂਸਰ ਬੀ।
क्लीयर। हाँ जी, लास्ट क्वेश्चन इस पेपर का, विच वन ऑफ द फॉलोइंग इज इनकरैक्ट। मैं तुहानू कल एक पेज भेजा सी, 3 पेज सी, ਉਹਦੇ 'ਚ 3 ਤੋਂ 4 ਉਹਨੂੰ ਸਿਰਫ ਰੀਡ ਕਰਨਾ ਸੀ। ਉਹਦੇ 'ਚ ਤੁਸੀਂ ਇਕੁਏਸ਼ਨ ਆਫ ਲੈਗਰਾਂਜੇ ਇਕੁਏਸ਼ਨ ਚੈੱਕ ਕਰਨੀ ਸੀ। ਉਹ ਇੱਥੇ ਕੀ ਹੁੰਦਾ, ਨੈਗੇਟਿਵ ਸਾਈਨ ਹੁੰਦਾ, ਨੈਗੇਟਿਵ। ठीक है जी, बाकी सारा सेम आ। हाँ जी, ਉਹਦੇ 'ਚ ਜਦੋਂ ਤੁਸੀਂ ਲੈਗਰਾਂਜੇ ਇਕੁਏਸ਼ਨ ਵਾਲਾ ਟੌਪਿਕ ਪੜ੍ਹਾਂਗੇ ਤਾਂ ਇਹਨੂੰ ਕੀ ਆਪਾਂ ਬੋਲਦੇ ਆ, ਲੈਗਰਾਂਜੀਅਨ ਇਕੁਏਸ਼ਨ ਬੋਲਦੇ ਆ ਸੈਕੰਡ ਵਾਲੇ। ਠੀਕ ਹੈ ਜੀ, ਫਸਟ ਵਾਲਾ ਦੇਖ ਲਓ ਜੀ, ਦੀ ਟਾਈਮ ਇੰਟਰਵਲ ਡਿਫਰੈਂਸ ਬਿਟਵੀਨ ਦੀ ਟੀ ਐਂਡ ਪੋਟੈਂਸ਼ੀਅਲ એનર્ਜੀ ਇਨ ਡਾਇਨਾਮਿਕ ਸਟੇਸ਼ਨਰੀ। हाँ जी, ਬਾਕੀ ਸਾਰੇ ਠੀਕ ਹੈ ਜੀ। Q1 Q2 Qn ਨੂੰ ਕੀ ਕਹਿੰਦੇ ਆਪਾਂ, ਜਰਨਲਾਈਜ਼ ਕੋਆਰਡੀਨੇਟ। ਹਾਂਜੀ ਜਰ ਸਰ ਕਰਿਆ ਸੀ ਰੀਡ ਇਹਨੂੰ, ਜਿਹੜੇ 3 ਪੇਜ ਸੀਗੇ ਛੋਟੇ ਛੋਟੇ, हाँ जी सर। ਉਹਦੇ ਵਿੱਚ ਤੁਸੀਂ ਦੇਖਿਓ ਇਹ ਸਾਰੀਆਂ ਸਟੇਟਮੈਂਟ ਉਹਦੇ ਵਿੱਚ ਹੀ ਆ। ਉਹਦੇ 'ਚ ਇੱਕ ਹੈਮਿਲਟਨ ਵਾਲਾ ਵੀ ਆ, ਉਹ ਵੀ ਪੜ੍ਹ ਲਿਓ ਜਰਾ। ਓਕੇ ਜੀ, ਇਹ ਆਪਣਾ ਕੰਪਲੀਟ ਹੋ ਗਿਆ ਪੇਪਰ ਅੱਜ ਦਾ ਸਾਰਾ। ਇਹ ਆਪਣੇ ਕੋਲੇ 2021 ਵਾਲਾ ਸੀਗਾ। ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਟੌਪਿਕ ਇਸੇ ਦਾ ਹੀ 2018 ਵਾਲਾ ਪੇਪਰ ਸੋਲਵ ਕਰਦੇ ਹਾਂ। ਹਾਂਜੀ ਤੁਸੀਂ, ਮੈਂ ਇਹਨੂੰ ਇੱਕ ਵਾਰ ਕਲਾਸ ਡਿਸਕਨੈਕਟ ਕਰਨ ਲੱਗਾ ਤਾਂ ਕਿ ਇਹ ਵਾਲਾ ਪੇਪਰ ਮੇਰੇ ਕੋਲ ਅਲੱਗ ਤੋਂ ਸੇਵ ਹੋ ਜੇ ਤੇ ਦੂਸਰਾ ਪੇਪਰ ਆਪਾਂ ਅਲੱਗ ਤੋਂ ਸੇਵ ਕਰ ਲਾਂਗੇ। ਤੁਸੀਂ ਹੁਣੇ ਲੌਗਇਨ ਕਰ ਲੈਣਾ।